जी आए नूं प्यारे विद्यार्थियों, 8th क्लास दी इंग्लिश दी बुक इंग्लिश ग्रामर एंड कंपोजिशन उसका लैसन नंबर 6 दी टेंसेस उसकी अगलियां एक्सरसाइजेस 3, 3, 4 एंड 5 इस वीडियो में करन जा रहे हैं। सो तुसी सारे नोटबुक ते पेन ले लो, आंसर्स नूं नोट डाउन कर लो, एक्सप्लेनेशन नूं वीडियो नूं ऑडियो नूं बड़े ध्यान दे नाल सुनो ते मगरों दी इन्हां एक्सरसाइजेस नूं बिना देखे अपने आप करन दा अभ्यास भी तुसी जरूर करो। इसी चैनल ते 8th क्लास ਨਾਲ ਸੰਬੰਧਿਤ 4 ਪਲੇਲਿਸਟ ਹੋ ਰਹੀਆਂ ਨੇ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਇੱਕ ਹੈ 8th ਇੰਗਲਿਸ਼ ਨਿਊ, ਜਿਹਦੇ ਵਿੱਚ ਤੁਹਾਡੀ ਮਾਈ ਇੰਗਲਿਸ਼ ਕੰਪੈਨੀਅਨ ਦੀ ਕਿਤਾਬ ਸਾਰੀ ਹੱਲ ਕਰਕੇ ਪਾ ਦਿੱਤੀ ਗਈ ਹੈ। ਫਿਰ ਹੈ 8th ਸਾਇੰਸ, ਜਿਹਦੇ ਸਾਇੰਸ ਦੇ ਨੋਟਸ ਤੇ ਸਾਇੰਸ ਦੀ ਐਕਸਰਸਾਈਜ਼ਸ। ਤੀਸਰੀ ਹੈ 8th ਮੈਥ, ਜਿਸ ਮੈਥ ਦੇ ਸਾਰੇ ਸਵਾਲ ਹੱਲ ਕਰਕੇ ਪਾਏ ਗਏ ਹਨ। ਤੇ ਚੌਥੀ ਹੈ 8th ਮੈਥ ਨੋਟਸ, ਜਿਹਦੇ ਵਿੱਚ ਮੈਥ ਦੇ ਸਿਧਾਂਤਾਂ ਨੂੰ ਸਮਝਾਇਆ ਗਿਆ ਹੈ। सो तुसी तुहाडियां मैथ और साइंस दी लोड़ां भी इधरों ही पूरियां हो जाणगियां। सो आओ शुरू करिए ਇਹ 3 एक्सरसाइजेस। सो एक्सरसाइज 3 कहंदे फिल इन दी ब्लैंक्स विद दी सिंपल पास्ट टेंस फॉर्म्स ऑफ दी वर्ब्स गिवन इन दी ब्रैकेट्स। सो बच्चों इत्थे काम साडा सौखा हो गया कि उन्होंने कहा कि सिंपल पास्ट टेंस दी फॉर्म भरनी है वर्ब दी। सो सिंपल पास्ट टेंस दी जिहड़ी वर्ब दी फॉर्म किहड़ी हुंदी है, वो हुंदी सैकेंड फॉर्म, जिद्दां ईट, एट, ईटन। सो 8 ਜਿਹੜਾ ਸੈਕਿੰਡ ਫਾਰਮ ਹੈ। ਟੇਕ, ਟੁਕ, ਟੇਕਨ। ਸੋ ਟੁਕ ਜਿਹੜੀ ਹੈ ਉਹ ਵਰਬ ਦੀ ਸੈਕਿੰਡ ਫਾਰਮ ਹੈ। ਸੋ ਸਿੰਪਲ ਪਾਸਟ ਟੈਂਸ ਦੇ ਵਿੱਚ ਵਰਬ ਦੀ ਸੈਕਿੰਡ ਫਾਰਮ ਵਰਤੀ ਜਾਂਦੀ ਹੈ। ਸੋ ਬ੍ਰੈਕਟ ਵਿੱਚ ਬੱਚਿਓ ਇਹਨਾਂ ਨੇ ਫਾਰਮਸ ਦੇ ਦਿੱਤੀਆਂ। ਮੈਂ ਤੁਹਾਨੂੰ ਇੱਕ ਵਾਰ ਦੱਸ ਹੀ ਦੇਣਾ, ਕੈਚ ਦੀ ਸੈਕਿੰਡ ਫਾਰਮ ਹੁੰਦੀ ਕੌਟ, ਟੁਕ ਦੀ ਟੇਕ ਦੀ ਸੈਕਿੰਡ ਫਾਰਮ ਹੁੰਦੀ ਟੁਕ, ਤੇ ਫਾਇਰ ਦੀ ਸੈਕਿੰਡ ਫਾਰਮ ਹੁੰਦੀ ਫਾਇਰਡ, ਗੋ ਦੀ ਹੁੰਦੀ ਹੈ ਵੈਂਟ, ਤੇ ਲੀਪ ਦੀ ਹੁੰਦੀ ਹੈ ਲੈਫਟ, ਤੇ ਬਿਗਿਨ ਦੀ ਹੁੰਦੀ ਬਿਗਿਨ, ਟੇਕ ਦੀ ਟੁਕ, ਸਨਿਫ ਦੀ ਸਨਿਫਟ, ਰਨ ਦੀ ਰੈਨ, ਤੇ ਲੇ ਦੀ ਹੁੰਦੀ ਲੇਡ। ਠੀਕ ਹੈ, ਆਓ ਇਹਨੂੰ ਪੜ੍ਹੀਏ ਤੇ ਇਹਦੇ ਅਰਥ ਜਾਣ ਲਈਏ। ਸ਼ੇਰ ਸਿੰਘ ਸਮਾਈਲਡ, ਸ਼ੇਰ ਸਿੰਘ ਮੁਸਕਰਾਇਆ। ਹੀ ਟੌਸਡ ਹਿਜ਼ ਰਿਵਾਲਵਰ ਇਨ ਦਾ ਏਅਰ, ਉਹਨੇ ਆਪਣੇ ਰਿਵਾਲਵਰ ਨੂੰ, ਪਿਸਤੌਲ ਨੂੰ ਹਵਾ ਵਿੱਚ ਇੱਦਾਂ ਉਲਟਾਇਆ, ਹਵਾ ਵਿੱਚ ਸੱਟਿਆ, ਉੱਪਰ ਮੜੀ ਘੁਮਾਉਂਦੇ ਹੋਏ ਸੱਟਿਆ, ਜਿੱਦਾਂ ਬੰਦੇ ਉਹ ਆਪਣੀ ਫਿਲਮਾਂ ਵਿੱਚ ਕਰਦੇ ਨਾ ਕਿ ਹਵਾ ਵਿੱਚ ਸੱਟਦੇ ਨੇ ਤੇ ਫੜ ਲੈਂਦੇ ਨੇ। ਐਂਡ ਕੌਟ ਇਟ ਬਾਈ ਦੀ ਹੈਂਡਲ, ਤੇ ਫਿਰ ਉਹ ਜਿਹੜੇ ਥੱਲੇ ਆਇਆ ਤੇ ਉਹਨੇ ਹੈਂਡਲ ਦੇ ਨਾਲ, ਹੈਂਡਲ ਤੋਂ ਉਸਨੂੰ ਰਿਵਾਲਵਰ ਨੂੰ ਫੜ ਲਿਆ। ਹੀ ਟੁਕ ਕੇਅਰਫੁਲ ਏਮ, ਟੂ ਟੇਕ ਏਮ ਹੁੰਦਾ ਬੱਚਿਓ ਨਿਸ਼ਾਨਾ ਸਾਧਣਾ। ਸੋ ਹੀ ਟੁਕ ਕੇਅਰਫੁਲ ਏਮ, ਉਹਨੇ ਬੜੇ ਧਿਆਨ ਦੇ ਨਾਲ ਨਿਸ਼ਾਨਾ ਸਾਧਿਆ। ਕਿਹਦੇ ਤੇ ਸਾਧਿਆ? ਐਟ ਐਨ ਐਮਟੀ ਸਾਰਡਿਨ ਕੈਨ। ਕੈਨ ਦਾ ਇੱਥੇ ਮਤਲਬ ਹੈ ਡੱਬਾ, ਜਿਹੜੇ ਹੈ ਟੀਨੇ ਦੇ ਡੱਬੇ ਬਣੇ ਹੁੰਦੇ ਨੇ, ਮੈਟਲ ਦੇ ਡੱਬੇ ਬਣੇ ਹੁੰਦੇ ਨੇ, ਜਿਨ੍ਹਾਂ 'ਚ ਕੋਈ ਅਚਾਰ ਹੁੰਦਾ ਹੈ, ਕਿਸੇ 'ਚ ਕੋਈ ਮੁਰੱਬਾ ਹੁੰਦਾ ਹੈ, ਕਿਸੇ 'ਚ ਕੋਈ ਹੋਰ ਜੂਸ ਹੁੰਦਾ ਹੈ, ਉਹਨੂੰ ਅਸੀਂ ਕੈਨ ਕਹਿ ਦਿੰਦੇ ਹਾਂ। ਸਾਰਡਿਨ ਇੱਕ ਕਿਸਮ ਦੀ ਮੱਛੀ ਹੁੰਦੀ ਹੈ, ਅਸੀਂ ਸ਼ਿਪ 'ਤੇ ਵੀ ਇਹ ਕੈਰੀ ਕਰਦੇ ਸੀ ਬੱਚਿਓ। ਡੱਬਿਆਂ ਵਿੱਚ ਕੈਨ ਜਿਹੜੀ ਇਸ ਤੇਲ ਦੇ ਵਿੱਚ ਜਾਂ ਲੂਣ ਦੇ ਵਿੱਚ ਨਾ ਪਾਈ ਹੁੰਦੀ ਹੈ ਸਾਰਡਿਨ। ਜਦੋਂ ਬੜਾ ਲੰਬਾ ਸਫ਼ਰ ਹੁੰਦਾ ਹੈ, ਫਰੈਸ਼ ਖਾਣਾ ਖਤਮ ਹੋ ਜਾਂਦਾ, ਜਿਹੜੇ ਲੋਕ ਮੱਛੀ ਖਾਂਦੇ ਨੇ, ਤੇ ਫਿਰ ਅਸੀਂ ਇਹ ਟਿਨ ਡੱਬਾ ਖੋਲ ਕੇ ਇਹਨੂੰ ਮਾੜਾ ਜਿਹਾ ਗਰਮ ਕਰਕੇ ਲੋਕ ਖਾਂਦੇ ਨੇ। ਸੋ ਐਮਟੀ ਮੈਨੇ ਹੁੰਦਾ ਖਾਲੀ, ਸਾਰਡਿਨ ਮੱਛੀ ਦੀ ਕਿਸਮ ਹੈ। ਸੋ ਖਾਲੀ ਮੱਛੀ ਸਾਰਡਿਨ ਦਾ ਜੋ ਡੱਬਾ ਸੀਗਾ ਉਹ ਉੱਤੇ ਉਹਨੇ ਰੱਖਿਆ ਹੈ, ਤੇ ਉੱਤੇ ਉਹਨੇ ਨਿਸ਼ਾਨਾ ਸਾਧਿਆ। ਐਂਡ ਫਾਇਰਡ ਐਨਦਰ 6 ਸ਼ਾਟਸ, 6 ਗੋਲੀਆਂ, 6 ਸ਼ਾਟ ਨੇ 6 ਗੋਲੀਆਂ ਮਾਰੀਆਂ। ਫਾਇਰਡ ਮੈਨੇ ਚਲਾਈਆਂ ਉੱਤੇ ਡੱਬੇ ਤੇ। ਦੀ ਬੁਲੇਟਸ ਵੈਂਟ ਥਰੂ, ਗੋ ਥਰੂ ਹੁੰਦਾ ਵਿੱਚੋਂ ਲੰਘ ਜਾਣਾ, ਬੁਲੇਟਸ ਮੈਨੇ ਗੋਲੀਆਂ, ਗੋਲੀਆਂ ਉਸ ਡੱਬੇ ਵਿੱਚੋਂ ਲੰਘ ਗਈਆਂ। ਇਨਟੂ ਦੀ ਅਰਥ, ਤੇ ਅੱਗੇ ਜਾ ਕੇ ਅਰਥ ਮੈਨੇ ਮਿੱਟੀ, ਉੱਤੇ ਮਿੱਟੀ ਤੇ ਜਾ ਕੇ ਡਿੱਗੀਆਂ। ਕਿਕਿੰਗ ਅਪ ਵਿਪਸ ਆਫ ਡਸਟ, ਵਿਫ ਹੁੰਦਾ ਬੱਚਿਓ ਹਵਾ ਦਾ ਛੋਟਾ ਜਿਹਾ ਬੁੱਲਾ। ਸੋ ਵਿਫ ਆਫ ਡਸਟ ਮੈਨੇ ਮਿੱਟੀ ਦਾ ਬੁੱਲਾ, ਕਿਕਿੰਗ ਅਪ ਮੈਨੇ ਉਡਾਉਂਦਾ ਹੋਇਆ। ਅਰਥਾਤ ਜਦੋਂ ਉਹ ਬੁਲੇਟਸ ਡੱਬੇ ਚੋਂ ਲੰਘ ਕੇ ਥੱਲੇ ਮਿੱਟੀ ਤੇ ਡਿੱਗੀਆਂ, ਤੇ ਜਦੋਂ ਚੀਜ਼ ਅਸੀਂ ਵੱਟਾ ਮਾਰਾਂਗੇ ਕੋਈ ਚੀਜ਼ ਮਿੱਟੀ ਤੇ, ਕੱਚੀ ਮਿੱਟੀ ਤੇ ਬੱਚਿਓ ਫਿਰ ਉਹ ਮਿੱਟੀ ਉੜਦੀ ਹੈ ਨਾ, ਤੇ ਉਹਨੂੰ ਕਹਿੰਦੇ ਵਿਫ ਆਫ ਡਸਟ। ਉਹ ਜਿਹੜੀ ਮਿੱਟੀ ਥੋੜੀ ਜਿਹੀ ਉੜਦੀ ਹੈ ਉਹਦੇ ਬੁਲੇਟ ਦੇ ਨਾਲ, ਜਾਂ ਅਸੀਂ ਪੈਰ ਦੇ ਨਾਲ ਠੁੱਡਾ ਮਾਰਦੇ ਹਾਂ, ਮਿੱਟੀ ਉੜਦੀ ਹੈ, ਅਸੀਂ ਉਹਨੂੰ ਕਹਿੰਦੇ ਹਾਂ ਵਿਫ ਆਫ ਡਸਟ। ਠੀਕ ਹੈ। ਹਿਜ਼ ਅਲਸੇਸ਼ੀਅਨ ਡੌਗ, ਅਲਸੇਸ਼ੀਅਨ ਇੱਕ ਕੁੱਤੇ ਦੀ ਨਸਲ ਹੈਗੀ ਹੈ। ਹਿਜ਼ ਅਲਸੇਸ਼ੀਅਨ ਡੌਗ ਅਰਥਾਤ ਉਹਦਾ ਅਲਸੇਸ਼ੀਅਨ ਡੌਗ ਬਿਗਨ, ਬਿਗਨ ਦੀ ਸੈਕਿੰਡ ਫਾਰਮ ਬਿਗਨ, ਟੂ ਬਾਰਕ, ਬਾਰਕ ਉਹਨੇ ਭੌਂਕਣਾ, ਉਹਨੇ ਭੌਂਕਣਾ ਸ਼ੁਰੂ ਕਰਤਾ। ਵਿਦ ਐਕਸਾਈਟਮੈਂਟ, ਉਤੇਜਨਾ ਵਿੱਚ, ਉਤੇਜਿਤ ਹੋ ਕੇ। ਹੀ ਲੈਪਟ ਅਪ, ਲੀਪ ਮੈਨੇ ਛਾਲ ਮਾਰਨੀ, ਹੀ ਲੈਪਟ ਅਪ ਉਹਨੇ ਛਾਲ ਮਾਰੀ, ਮਤਲਬ ਕਿ ਦਾ ਉਛਲ ਕੇ ਕੁੱਦ ਕੇ ਗਿਆ। ਵਿਦ ਅ ਗਰਾਊਲ, ਗੁਰ ਕਰਦੇ ਹੋਏ, ਗੁਰ ਆਵਾਜ਼ ਕੱਢਦੇ ਹੋਏ।
एंड रैन डाउन दी कैनाल इंबैंकमेंट। इंबैंकमेंट की होंदी है बच्चों? इंबैंकमेंट होंदी है बनावटी बन, ताकि सड़क जिहड़ा पानी दा जिहड़ा है नहर दा पानी ऊपर आके सड़क नूं खराब ना करे। सो मिट्टी दा पत्थरां दा जिहड़ी है एक बन बनाया हुंदा है पानी नूं रोक के रखण लई, उहनूं असीं कह दिंदे इंबैंकमेंट। सो जिहड़ा ਉਹ ਕੁੱਤਾ ਸੀ ਉਹ नहर ਦੀ ਜਿਹੜੀ ਇੰਬੈਂਕमेंट ਸੀ बन ਸੀ ਉਹਦੇ ਨਾਲ ਨਾਲ ਦੌੜਦਾ ਗਿਆ। ਹੀ ਟੁਕ ਇਟ ਅਪ, ਇਟ ਮੈਨੇ ਕੀ ਇਹ ਕੈਨ, ਉਹ ਐਮਟੀ ਕੈਨ ਜਿਹੜਾ ਡਿੱਗਿਆ ਸੀਗਾ ਉਹਨੇ ਉਹਨੂੰ ਚੱਕਿਆ ਉੱਪਰ, ਇਨ ਹਿਜ਼ ਮਾਊਥ ਆਪਣੇ ਮੂੰਹ ਵਿੱਚ ਚੱਕਿਆ, ਐਂਡ ਸਨਿਫਡ ਐਟ ਦੀ ਟਿਨ। ਸਨਿਫ ਹੁੰਦਾ ਇਹਦਾ ਨੱਕ ਦੇ ਨਾਲ ਸੁੰਘਣਾ, ਤੇ ਉਹਨੇ ਨੱਕ ਦੇ ਨਾਲ ਉਸ ਟਿਨ ਨੂੰ ਸੁੰਘਿਆ। ਐਂਡ ਰੈਨ ਬੈਕ, ਅਤੇ ਵਾਪਸ ਭੱਜਿਆ ਵਿਦ ਇਟ, ਉਹਦੇ ਨਾਲ। ਐਂਡ ਲੇਡ ਇਟ ਐਟ ਇਟਸ ਮਾਸਟਰਸ ਫੀਟ। ਮਾਸਟਰ ਕੌਣ ਹੈ ਇੱਥੇ? ਸ਼ੇਰ ਸਿੰਘ, ਮਾਲਿਕ। ਮਾਲਿਕ ਦੇ ਪੈਰਾਂ ਵਿੱਚ ਲੇਡ ਇਟ, ਲੇ ਹੁੰਦਾ ਲੰਮੇ ਪਾਣਾ ਜਾਂ ਰੱਖਣਾ, ਲੇਡ ਇਟ ਐਟ ਇਜ਼ ਮਾਸਟਰ ਫੀਟ, ਅਤੇ ਜਿਹੜਾ ਉਹ ਡੱਬਾ ਸੀਗਾ ਉਹਨੂੰ ਆਪਣੇ ਮਾਲਿਕ ਦੇ ਪੈਰਾਂ ਵਿੱਚ ਰੱਖ ਦਿੱਤਾ, ਟਿਕਾ ਦਿੱਤਾ ਕੁੱਤੇ ਨੇ। ਠੀਕ ਹੈ, ਸੋ ਐਸੀ ਬੱਚੇ ਪੈਰਾਗ੍ਰਾਫ ਜਿਹਦੇ ਵਿੱਚ ਅਸੀਂ ਸੈਕਿੰਡ ਫਾਰਮਸ ਆਫ ਵਰਬ ਜਿਹੜੀਆਂ ਪੜ੍ਹੀਆਂ। ਆਓ ਹੁਣ ਅਗਲੀ ਐਕਸਰਸਾਈਜ਼ ਦੇਖੀਏ। ਕਹਿੰਦੇ ਫਿਲ ਇਨ ਦੀ ਬਲੈਂਕਸ ਵਿਦ ਦੀ ਸਿੰਪਲ ਪਾਸਟ। ਸਿੰਪਲ ਪਾਸਟ ਬੱਚੇ ਹੋਈਓ ਸੈਕਿੰਡ ਫਾਰਮ ਆਫ ਵਰਬ। ਸਿੰਪਲ ਪਾਸਟ ਕਿੱਥੇ ਵਰਤਿਆ ਜਾਂਦਾ ਬੱਚਿਓ? ਸਿੰਪਲ ਪਾਸਟ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਬੀਤੇ ਵਿੱਚ ਕੋਈ ਘਟਨਾ ਹੋਈ ਹੋਵੇ, ਕੋਈ ਗੱਲ ਹੋਈ ਹੋਵੇ, ਕੋਈ ਕੰਮ ਹੋ ਚੁੱਕਾ ਹੋਵੇ, ਕੋਈ ਕਿਰਿਆ ਮੁਕੰਮਲ ਹੋ ਚੁੱਕੀ ਹੋਵੇ, ਉੱਥੇ ਸਿੰਪਲ ਪਾਸਟ ਟੈਂਸ ਵਰਤਿਆ ਜਾਂਦਾ ਹੈ। ਤੇ ਪਾਸਟ ਕੰਟੀਨਿਊਸ ਫਾਰਮ, ਪਾਸਟ ਕੰਟੀਨਿਊਸ ਦਾ ਮਤਲਬ ਤੇ ਹੋ ਗਿਆ ਆਈਐਨਜੀ ਲੱਗੇਗੀ, ਤੇ ਆਈਐਨਜੀ ਵਰਬ ਦੇ ਨਾਲ ਲੱਗੇਗੀ। ਜਿਹੜਾ ਪ੍ਰੈਜ਼ੈਂਟ ਕੰਟੀਨਿਊਸ ਹੈ ਉਹਦੇ ਵਿੱਚ ਤੇ ਲੱਗਦਾ ਇਜ਼, ਐਮ, ਆਰ, ਆਈਐਨਜੀ, ਫਿਰ ਅੱਗੇ ਵਰਬ ਦੇ ਨਾਲ। ਕਿਉਂਕਿ ਇੱਥੇ ਪਾਸਟ ਹੈਗਾ ਤੇ ਇੱਥੇ ਵਾਜ਼ ਜਾਂ ਵਰ ਲੱਗੇਗਾ, ਤੇ ਕੰਟੀਨਿਊਸ ਵਰਬ ਦੇ ਨਾਲ ਆਈਐਨਜੀ ਲੱਗ ਜਾਏਗਾ। ਹੁਣ ਬੱਚੋ ਪਾਸਟ ਕੰਟੀਨਿਊਸ ਕਿੱਥੇ ਯੂਜ਼ ਹੁੰਦਾ ਹੈ? ਪਾਸਟ ਕੰਟੀਨਿਊਸ ਉੱਥੇ ਯੂਜ਼ ਹੁੰਦਾ ਹੈ ਜਿੱਥੇ ਔਨ ਗੋਇੰਗ ਐਕਸ਼ਨ ਇਨ ਦੀ ਪਾਸਟ, ਅਰਥਾਤ ਬੀਤੇ ਵਿੱਚ ਕੋਈ ਕਿਰਿਆ ਚੱਲ ਰਹੀ ਹੋਵੇ, ਲਗਾਤਾਰਤਾ ਦਰਸਾ ਰਹੀ ਹੋਵੇ, ਉਹਦੇ ਵਿੱਚ ਇਹ ਪ੍ਰੈਜ਼ੈਂਟ ਪਾਸਟ ਕੰਟੀਨਿਊਸ ਟੈਂਸ ਵਰਤਿਆ ਜਾਂਦਾ ਹੈ। ਜ਼ਿਆਦਾਤਰ ਮੈਂ ਕਹਾਂ ਕਿ ਜਦੋਂ ਮੈਂ ਉੱਥੇ ਗਿਆ, ਇਟ ਵਾਜ਼ ਰੇਨਿੰਗ, ਮਤਲਬ ਵੈਨ ਆਈ ਵੈਂਟ ਦੇਅਰ ਇਟ ਵਾਜ਼ ਰੇਨਿੰਗ। ਠੀਕ ਹੈ, ਸੋ ਇਹਦੇ ਵਿੱਚ ਜ਼ਿਆਦਾਤਰ ਵੈਨ ਜਾਂ ਕਿਸੇ ਖਾਸ ਦੈਟ ਟਾਈਮ, ਜਾਂ ਜਿੱਦਾਂ ਮੈਂ ਕਹਾਂ ਕੋਈ ਮੈਨੂੰ ਕਵੇ ਆਈ ਕਾਲਡ ਯੂ, ਆਈ ਕੇਮ ਟੂ ਯਰ ਹੋਮ ਬਟ ਯੂ ਆਰ ਨੋਟ ਦੇਅਰ, ਵੀ ਤੂੰ ਉੱਥੇ ਸੀਗਾ ਨਹੀਂ। ਸੋ ਮੈਂ ਕਹਾਂਗਾ ਐਟ ਦੈਟ ਟਾਈਮ, ਉਸ ਵੇਲੇ ਆਈ ਵਾਜ਼ ਵਰਕਿੰਗ ਇਨ ਦਾ ਫੀਲਡਸ, ਮੈਂ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਠੀਕ ਹੈ, ਸੋ ਜਿਹੜਾ ਪਾਸਟ ਕੰਟੀਨਿਊਸ ਹੈ ਉਹਦੇ ਵਿੱਚ ਜਿਹੜੇ ਪੰਜਾਬੀ 'ਚ ਅਸੀਂ ਬਦਲਾਂਗੇ ਤੇ ਰਿਹਾ ਸੀ, ਰਹੀ ਸੀ, ਰਹੇ ਸੀ, ਇਸ ਤਰ੍ਹਾਂ ਕਰਕੇ ਜਿਹੜਾ ਹੈ ਇਹਦਾ ਰੂਪ ਆਏਗਾ। ਸੋ ਦੇਖੀਏ, ਆਈ ਸੌ ਐਨ ਐਲੀਫੈਂਟ ਔਨ ਦਾ ਵੇ ਬੈਕ ਹੋਮ। ਹੁਣ ਵੇ ਬੈਕ ਹੋਮ ਮੈਂ ਮਤਲਬ ਕਿ ਬੀਤੇ ਦੀ ਗੱਲ ਦੱਸ ਰਿਹਾ ਵੀ ਘਰ ਮੁੜਦੇ ਸਮੇਂ, ਵੇ ਬੈਕ ਹੋਮ ਅਰਥਾਤ ਜਦੋਂ ਮੈਂ ਆਪਣੇ ਘਰ ਮੁੜ ਰਿਹਾ ਸੀ ਤੇ ਮੈਂ ਇੱਕ ਹਾਥੀ ਦੇਖਿਆ। ਆਈ ਸੌ ਐਨ ਐਲੀਫੈਂਟ ਹੈਗਾ ਪਾਸਟ ਸਿੰਪਲ ਟੈਂਸ। ਠੀਕ ਹੈ, ਫਿਰ ਇਹ ਸਵਾਲ ਹੈ ਜਿੱਥੇ ਸਵਾਲ ਵਿੱਚ ਫਿਰ ਅਸੀਂ ਆਕਸੀਲਰੀ ਵਰਬ ਵਰਤਦੇ ਹਾਂ ਡੂ, ਤੇ ਡੂ ਦਾ ਪਾਸਟ ਹੈਗਾ, ਡੂ ਦੀ ਸੈਕਿੰਡ ਫਾਰਮ ਹੈਗੀ ਡਿਡ। ਜਦੋਂ ਬੀਤੇ ਵਿੱਚ ਪੁੱਛਣਾ ਹੋਵੇ ਸਵਾਲ ਫਿਰ ਡਿਡ ਵਰਤਦੇ ਹਾਂ। ਡਿਡ ਹੀ ਰਾਈਟ ਅ ਲੈਟਰ ਟੂ ਹਿਜ਼ ਫਾਦਰ, ਕੀ ਉਹਨੇ ਆਪਣੇ ਪਿਤਾ ਜੀ ਨੂੰ ਚਿੱਠੀ ਲਿਖੀ, ਇਹਦਾ ਮਤਲਬ ਹੋਏਗਾ। ਹੀ ਲਰਨ ਟੂ ਰੀਡ ਵੈਨ ਹੀ ਵਾਜ਼ 3, ਬੀਤੇ ਵਿੱਚ ਬੱਚਿਓ ਜੋ ਕੋਈ ਆਦਤ ਸੀ, ਬੀਤੇ ਵਿੱਚ ਜੋ ਰੂਟੀਨ ਸੀ, ਜਾਂ ਬੀਤੇ ਵਿੱਚ ਕੋਈ ਸਮਰੱਥਾ ਸੀ, ਉਹਨੂੰ ਦਰਸਾਉਣ ਲਈ ਵੀ ਅਸੀਂ ਪਾਸਟ ਟੈਂਸ ਦੀ ਸੈਕਿੰਡ ਫਾਰਮ ਮਤਲਬ ਕਿ ਵਰਬ ਦੀ ਸੈਕਿੰਡ ਫਾਰਮ ਵਰਤਦੇ ਹਾਂ, ਸਿੰਪਲ ਪਾਸਟ ਵਰਤਦੇ ਹਾਂ। ਹੀ ਲਰਨ ਟੂ ਰੀਡ ਵੈਨ ਹੀ ਵਾਜ਼ 3, ਅਰਥਾਤ ਜਦੋਂ ਉਹ 3 ਸਾਲਾਂ ਦਾ ਸੀ ਉਹਨੇ ਪੜ੍ਹਨਾ ਸਿੱਖ ਲਿਆ। ਠੀਕ ਹੈ, ਹੀ ਲਰਨ ਟੂ ਰੀਡ ਵੈਨ ਹੀ ਵਾਜ਼ 3। ਹੁਣ ਦੇਖੋ ਆ ਗਿਆ ਨਾ, ਵੈਨ ਆਈ ਸੌ ਹਿਮ, ਜਦੋਂ ਮੈਂ ਉਹਨੂੰ ਮਿਲਿਆ ਜਾਂ ਜਦੋਂ ਮੈਂ ਉਹਨੂੰ ਦੇਖਿਆ, ਹੀ ਵਾਜ਼ ਵੇਅਰਿੰਗ ਅ ਬਲੂ ਸ਼ਰਟ, ਉਹਨੇ ਨੀਲਾ ਝੱਗਾ ਪਾਇਆ ਹੋਇਆ ਸੀ, ਉਹਨੇ ਨੀਲੀ ਸ਼ਰਟ ਪਾਈ ਹੋਈ ਸੀ। ਵੈਨ, ਜਿੱਥੇ ਇੱਦਾਂ ਵੈਨ ਆ ਜਾਏ, ਜਦੋਂ ਮੈਂ ਕਾਲ ਕੀਤਾ, ਜਦੋਂ ਮੈਂ ਉੱਥੇ ਆਇਆ, ਜਦੋਂ ਇੱਦਾਂ ਹੋਇਆ, ਤਦ ਇਹ ਹੋ ਰਿਹਾ ਸੀ। ਸੋ ਇਹ ਇੱਕ ਰੂਪ ਹੈਗਾ ਵੈਨ ਆਈ ਸੌ, ਇਹ ਇੱਕ ਕਲੌਜ਼ ਹੋਏਗਾ ਇਹਦਾ, ਵੈਨ ਆਈ ਸੌ ਹਿਮ, ਜਦੋਂ ਮੈਂ ਉਹਨੂੰ ਦੇਖਿਆ, ਹੀ ਵਾਜ਼ ਵੇਅਰਿੰਗ ਅ ਬਲੂ ਸ਼ਰਟ। ਫਿਰ ਡਿਡ ਦੇ ਗੋ ਆਊਟ ਯੈਸਟਰਡੇ, ਗੋ ਦਾ ਗੋ ਹੀ ਰਹੇਗਾ ਕਿਉਂਕਿ ਸਵਾਲ ਹੈਗਾ, ਸੋ ਡਿਡ ਵਰਤਾਂਗੇ। ਯੈਸਟਰਡੇ ਬੀਤੇ ਦੀ ਗੱਲ ਹੈ, ਲੰਘੇ ਕੱਲ ਦੀ ਗੱਲ ਹੈ, ਸੋ ਕੁਦਰਤੀ ਤੌਰ ਤੇ ਸਿੰਪਲ ਪਾਸਟ ਵਰਤਿਆ ਜਾਏਗਾ। ਡਿਡ ਦੇ ਗੋ ਆਊਟ ਯੈਸਟਰਡੇ ਅਰਥਾਤ ਕੀ ਉਹ ਕੱਲ ਬਾਹਰ ਗਏ ਸੀ। ਠੀਕ ਹੈ, ਦੀ ਸਕੂਟਰ ਕਾਸਟ ਅ ਲੋਟ ਆਫ ਮਨੀ, ਹੁਣ ਮਤਲਬ ਕਿ ਕਾਸਟ ਦੀ ਜਿਹੜੀ ਸੈਕਿੰਡ ਫਾਰਮ ਉਹ ਵੀ ਕਾਸਟ ਹੁੰਦੀ ਹੈ, ਕਾਸਟ ਦੀ ਥਰਡ ਫਾਰਮ ਵੀ ਕਾਸਟ ਹੁੰਦੀ ਹੈ। ਠੀਕ ਹੈ, ਸੋ ਉਚਾਰਨ ਵੀ ਤਿੰਨਾਂ ਦਾ ਕਾਸਟ ਹੀ ਹੁੰਦਾ, ਕਾਸਟ, ਕਾਸਟ, ਕਾਸਟ। ਜਿੱਦਾਂ ਰੀਡ ਵਿੱਚ ਅਸੀਂ ਕਹਿੰਦੇ ਨਾ ਰੀਡ, ਰੈਡ, ਰੈਡ,
ਉਚਾਰਨ ਬਦਲ ਜਾਂਦਾ ਹੈ ਤੇ ਪਰ ਕੁਝ ਐਸੇ ਹੁੰਦੇ ਨੇ ਜਿੱਦਾਂ ਕੱਟ ਕੱਟ ਕੱਟ, ਉਚਾਰਨ ਨਹੀਂ ਬਦਲਦਾ। ਕੋਸਟ ਕੋਸਟ ਕੋਸਟ, ਪੁੱਟ ਪੁੱਟ ਪੁੱਟ, ਕੋਸਟ ਆਪਣਾ ਉਹ ਨਹੀਂ ਉਚਾਰਨ ਨਹੀਂ ਬਦਲਦਾ। ਠੀਕ ਹੈ, ਸੋ ਇੱਥੇ ਦੀ ਇਹ ਪਰ ਇਹ ਪਤਾ ਲੱਗਦਾ ਸਾਫ਼ ਕਿ ਇਹ ਸਿੰਪਲ ਪਾਸਟ ਟੈਂਸ ਹੈਗਾ। ਸੈਕਿੰਡ ਫਾਰਮ ਹੈ ਦੀ ਸਕੂਟਰ ਕੋਸਟ ਅ ਲੋਟ ਆਫ ਮਨੀ, ਅਰਥਾਤ ਸਕੂਟਰ ਲੈ ਲਿਆ ਤੇ ਚੰਗੇ ਵਾਵਾ ਪੈਸੇ ਲੱਗ ਗਏ। ਕਹਿੰਦੇ ਦੀ ਸਕੂਟਰ ਕੋਸਟ ਅ ਲੋਟ ਆਫ ਮਨੀ, ਅਰਥਾਤ ਸਕੂਟਰ ਤੇ ਕਾਫੀ ਖਰਚਾ ਹੋ ਗਿਆ। ਠੀਕ ਹੈ, ਦੀ ਫਸਟ ਵਰਲਡ ਵਾਰ ਐਂਡਡ ਇਨ 1999। ਹੁਣ ਜਦੋਂ ਬੀਤੇ ਦੀ ਗੱਲ ਹੈ, ਯੈਸਟਰਡੇ, ਸਮ ਟਾਈਮ ਅਗੋ, ਲਾਸਟ ਨਾਈਟ, ਹੁਣ ਸੰਨ ਦਿੱਤਾ 1919, ਸੋ ਬੀਤੇ ਦੀ ਗੱਲ ਹੈਗੀ ਹੈ। ਸੋ ਸਿੰਪਲ ਪਾਸਟ ਵਰਤਿਆ ਜਾਏਗਾ। ਦੀ ਫਸਟ ਵਰਲਡ ਵਾਰ ਐਂਡਡ ਇਨ 1919, ਅਰਥਾਤ ਪਹਿਲੀ ਵਿਸ਼ਵ ਜੰਗ 1919 ਵਿੱਚ ਮੁੱਕ ਗਈ, ਮੁਕੰਮਲ ਹੋਈ। ਠੀਕ ਹੈ, ਅੱਗੇ ਚਲੀਏ। ਵੈਨ ਆਈ ਮੈਟ ਰੇਨੂ, ਦੇਖੋ ਹੁਣ ਫਿਰ ਵੈਨ ਆ ਗਿਆ, ਸੋ ਇਹਨੂੰ ਇਸ਼ਾਰਾ ਮਿਲ ਜਾਏਗਾ ਸਾਡੇ ਕੋਲ ਵਾਜ਼ ਵਰ ਜਾਂ ਫਿਰ ਨਾਲ ਵਾਜ਼ ਜਾਂ ਵਰ ਲੱਗੇਗਾ, ਨਾਲ ING ਲੱਗੇਗਾ। ਸੋ ਵੇਟ ਦਾ ਵੈਨ ਆਈ ਮੈਟ ਰੇਨੂ, ਅਰਥਾਤ ਜਦੋਂ ਮੈਂ ਰੇਨੂ ਨੂੰ ਮਿਲਿਆ ਜਾਂ ਜਦੋਂ ਮੈਂ ਰੇਨੂ ਨੂੰ ਮਿਲੀ। ਸ਼ੀ ਵਾਜ਼ ਵੇਟਿੰਗ ਐਟ ਦੀ ਬੱਸ ਸਟਾਪ, ਉਹ ਬੱਸ ਸਟਾਪ ਤੇ ਉਡੀਕ ਕਰਦੀ ਪਈ ਸੀ, ਬੱਸ ਦੀ ਉਡੀਕ ਕਰ ਰਹੀ ਸੀ, ਹੈ ਨਾ। ਜਦੋਂ ਮੈਂ ਉਹਨੂੰ ਮਿਲਿਆ ਤੇ ਉਹ ਬੱਸ ਸਟਾਪ ਤੇ ਉਡੀਕ ਕਰ ਰਹੀ ਸੀ। ਵੇਟ ਦਾ ਵੇਟਿੰਗ। ਰੀਤਾ ਡਿਡ ਨਾਟ, ਰੀਤਾ ਡਿਡ ਨਾਟ, ਕਿਉਂਕਿ ਇੱਥੇ ਕਿ ਨਾਟ ਸਟੈਂਡ, ਸਟੈਂਡ ਦੇ ਨੋਟ ਹੈਗਾ, ਤੇ ਜਿੱਥੇ ਬੱਚੇ ਨੋਟ ਵਰਤਣਾ ਹੋਵੇ ਉੱਥੇ ਵੀ ਫਿਰ ਅਸੀਂ ਪਾਸਟ ਟੈਂਸ ਵਿੱਚ ਡਿਡ ਵਰਤਦੇ ਹਾਂ। ਜਿਵੇਂ ਸਵਾਲ ਦੇ ਵਿੱਚ ਡਿਡ ਵਰਤਦੇ ਹਾਂ, ਇੱਦਾਂ ਨੈਗੇਟਿਵ ਦੇ ਵਿੱਚ ਵੀ ਡਿਡ ਵਰਤਦੇ ਹਾਂ। ਬੱਚੋ ਇਹਨਾਂ ਚੀਜ਼ਾਂ ਨੂੰ ਹੋਰ ਸਮਝਣ ਲਈ ਮੇਰੀ ਇੱਕ ਪਲੇਲਿਸਟ ਹੈਗੀ ਹੈ ਟੈਂਸਿਸ, ਉਹ ਮੈਂ ਸਿਰਫ ਟੈਂਸਿਸ ਤੇ ਪਲੇਲਿਸਟ ਬਣਾ ਰਿਹਾ, ਉਹ 'ਚ ਮੈਂ ਜ਼ਿਆਦਾ ਡਿਟੇਲ ਵਿੱਚ ਹਰ ਗੱਲ ਸਮਝਾਈ ਹੈ, ਤੇ ਤੁਸੀਂ ਉਹ ਟੈਂਸਿਸ ਦੀ ਪਲੇਲਿਸਟ ਨੂੰ ਜ਼ਰੂਰ ਦੇਖੋ। ਉਹ ਕੰਮ ਚੱਲਦਾ ਪਿਆ, ਹਾਲੇ 5 ਵੀਡੀਓ ਬਣ ਗਏ ਨੇ, ਪਰ ਆਉਣ ਵਾਲੇ ਦਿਨਾਂ 'ਚ ਮੈਂ ਉਹ ਸਾਰੇ ਵੀਡੀਓ ਖਤਮ ਕਰ ਦੇਵਾਂਗਾ, ਸਾਰੇ ਟੈਂਸਿਸ ਨੂੰ ਡਿਟੇਲ ਵਿੱਚ ਦੱਸਿਆ। ਸੋ ਇਹ ਜਿਹੜੇ ਫਿਰ ਫਿਲਿੰਗ ਦੀ ਬਲੈਂਕ ਭਰਨੇ ਤੁਹਾਡੇ ਲਈ ਬੜਾ ਸੌਖਾ ਕੰਮ ਹੋ ਜਾਏਗਾ। ਰੀਟਾ ਡਿਡ ਨਾਟ ਸਟੈਂਡ ਫਸਟ ਇਨ ਦੀ ਲਾਸਟ ਟੈਸਟ, ਅਰਥਾਤ ਪਿਛਲੇ ਇਮਤਿਹਾਨ ਦੇ ਦੀ ਲਾਸਟ ਟੈਸਟ ਹੈਗਾ ਨਾ, ਬੜੀ ਬੀਤੇ ਦੀ ਗੱਲ ਹੈਗੀ ਹੈ, ਸੋ ਸਿੰਪਲ ਪਾਸਟ ਵਰਤਿਆ ਜਾਏਗਾ। ਰੀਟਾ ਡਿਡ ਨਾਟ ਸਟੈਂਡ ਫਸਟ ਇਨ ਦੀ ਲਾਸਟ ਟੈਸਟ, ਪਿਛਲੇ ਇਮਤਿਹਾਨ ਵਿੱਚ ਰੀਟਾ ਅਵਲ ਨਹੀਂ ਆਈ, ਪਹਿਲੇ ਸਥਾਨ ਤੇ ਨਹੀਂ ਆਈ। ਫਿਰ ਚਿਲਡਰਨ ਰੈਨ ਅਵੇ ਵੈਨ ਦੇ ਸੌ ਦੀ ਪੁਲਿਸਮੈਨ, ਹੁਣ ਇੱਥੇ ਬੱਚੋ ਸਾਫ਼ ਪਤਾ ਲੱਗਦਾ ਵੀ ਤੇ ਚਿਲਡਰਨ ਵਰ ਰਨਿੰਗ ਅਵੇ ਨਹੀਂ ਆਏਗਾ, ਇਹ ਇੱਕ ਕਿਰਿਆ ਨਹੀਂ ਹੈਗੀ, ਔਨਗੋਇੰਗ ਕਿਰਿਆ ਨਹੀਂ ਵੀ ਭੱਜ ਰਹੇ ਸੀ, ਨਹੀਂ, ਉਹ ਪਹਿਲਾਂ ਥੋੜੀ ਭੱਜ ਰਹੇ ਸੀਗੇ, ਉਹ ਉਸਲੇ ਭੱਜੇ ਜਦੋਂ ਦੇਖਿਆ। ਸੋ ਚਿਲਡਰਨ ਰੈਨ ਅਵੇ, ਨਿਆਣੇ ਭੱਜ ਗਏ, ਕਦੋਂ ਭੱਜ ਗਏ? ਵੈਨ ਦੇ ਸੌ ਦੀ ਪੁਲਿਸਮੈਨ, ਜਦੋਂ ਉਹਨਾਂ ਨੇ ਪੁਲਿਸ ਵਾਲੇ ਨੂੰ ਦੇਖਿਆ ਤੇ ਨਿਆਣੇ ਭੱਜ ਪਏ। ਠੀਕ ਹੈ, ਅੱਗੇ ਚਲੀਏ। ਐਕਸਰਸਾਈਜ਼ 5 ਫਿਲ ਇਨ ਦੀ ਬਲੈਂਕਸ ਵਿਦ ਦੀ ਸਿੰਪਲ ਪਾਸਟ, ਸਿੰਪਲ ਪਾਸਟ ਸੈਕਿੰਡ ਫਾਰਮ ਤੇ ਪਾਸਟ ਪਰਫੈਕਟ ਫਾਰਮ। ਪਾਸਟ ਪਰਫੈਕਟ ਹੁਣ ਜਿੱਥੇ ਪਰਫੈਕਟ ਆ ਗਿਆ ਉੱਥੇ ਇਹਦਾ ਮਤਲਬ ਕਿ ਹੈਜ਼, ਹੈਵ ਜਾਂ ਹੈਡ ਲੱਗੇਗਾ, ਪਰ ਕਿਉਂਕਿ ਪਾਸਟ ਟੈਂਸ ਹੈਗਾ ਇਸ ਕਰਕੇ ਹੈਡ ਲੱਗੇਗਾ। ਜਿੱਥੇ ਪ੍ਰੈਜ਼ੈਂਟ ਪਰਫੈਕਟ ਹੋਏਗਾ ਉੱਥੇ ਹੈਜ਼ ਜਾਂ ਹੈਵ ਲੱਗਦਾ ਹੈ, ਤੇ ਜਿੱਥੇ ਪਾਸਟ ਪਰਫੈਕਟ ਆ ਜਾਏ ਉੱਥੇ ਹੈਡ ਲੱਗਦਾ ਹੈ। ਬੜਾ ਸੌਖਾ ਹੈ, ਚਾਹੇ ਹੀ ਹੋਵੇ, ਚਾਹੇ ਸ਼ੀ ਹੋਵੇ, ਚਾਹੇ ਇਕਵਚਨ ਪ੍ਰੋਪਰ ਨਾਉਨ ਹੋਵੇ, ਚਾਹੇ ਦੇ ਹੋਵੇ, ਆਈ, ਵੀ, ਯੂ, ਜੋ ਮਰਜੀ ਹੋਵੇ, ਹੈਡ ਲੱਗਦਾ ਹੈ। ਤੇ ਥਰਡ ਫਾਰਮ, ਸੋ ਪਾਸਟ ਪਰਫੈਕਟ ਬੜਾ ਸੌਖਾ ਹੈ, ਹੈਡ ਲਗਾ ਦਿਓ, ਨਾਲ ਥਰਡ ਫਾਰਮ ਲਗਾ ਦਿਓ। ਸਿੰਪਲ ਪਾਸਟ ਵਿੱਚ ਬੱਚਿਓ ਅਸੀਂ ਲਗਾਵਾਂਗੇ ਸੈਕਿੰਡ ਫਾਰਮ ਆਫ, ਤੇ ਇਹ ਦੋਨਾਂ 'ਚ ਥੋੜਾ ਜਿਹਾ ਫਰਕ ਹੈਗਾ। ਹੁਣ ਅਸੀਂ ਦੇਖਾਂਗੇ ਵੀ ਕਿੱਥੇ ਸਿੰਪਲ ਪਾਸਟ ਵਰਤੀਦਾ ਤੇ ਕਿੱਥੇ ਪਾਸਟ ਪਰਫੈਕਟ ਵਰਤੀਦਾ। ਦੀ ਪਲੇਨ ਹੈਡ ਲੈਫਟ ਵੈਨ ਵੀ ਰੀਚ ਦੀ ਏਅਰਪੋਰਟ, ਜਦੋਂ ਇੱਦਾਂ ਹੋਵੇ ਵੈਨ ਜਾਂ ਆਫਟਰ ਜਾਂ ਬਿਫੋਰ, ਫਿਰ ਅਸੀਂ ਵਰਤਦੇ ਹਾਂ ਹੈਡ ਲੈਫਟ ਜਾਂ ਹੈਡ ਤੇ ਥਰਡ ਫਾਰਮ। ਠੀਕ ਹੈ, ਲੀਵ ਮੈਨੇ ਚਲੇ ਜਾਣਾ, ਲੈਫਟ ਮੈਨੇ ਜਾ ਚੁੱਕਾ ਸੀ। ਦੀ ਪਲੇਨ ਹੈਡ ਲੈਫਟ, ਪਲੇਨ ਜਾ ਚੁੱਕਾ ਸੀ, ਹਵਾਈ ਜਹਾਜ਼ ਉੜ ਚੁੱਕਾ ਸੀ, ਕਦੋਂ? ਵੈਨ ਵੀ ਰੀਚ ਦੀ ਏਅਰਪੋਰਟ, ਜਦੋਂ ਅਸੀਂ ਏਅਰਪੋਰਟ ਪੁੱਜੇ, ਏਅਰਪੋਰਟ ਪੁੱਜੇ, ਵੈਨ ਵੀ ਰੀਚ, ਜਦੋਂ ਅਸੀਂ ਪੁੱਜੇ ਪਲੇਨ ਜਾ ਚੁੱਕਾ ਸੀ। ਫਿਰ ਰਮੇਸ਼ ਹੈਡ ਰਿਟਰਨਡ ਹੋਮ, ਰਮੇਸ਼ ਘਰ ਮੁੜ ਚੁੱਕਾ ਸੀ। ਵੈਨ ਆਈ ਫੋਨਡ ਹਿਮ, ਜਦੋਂ ਮੈਂ ਉਹਨੂੰ ਫੋਨ ਕੀਤਾ। ਠੀਕ ਹੈ, ਉਹ ਜਦੋਂ ਮੈਂ ਇਹਦਾ ਨਾਲ ਪੰਜਾਬੀ 'ਚ ਬੋਲ ਰਿਹਾ ਤੇ ਤੁਸੀਂ ਇਸ ਗੱਲ ਨੂੰ ਰਿਲੇਟ ਕਰ ਸਕਦੇ ਹੋ। ਠੀਕ ਹੈ, had he sold his old car before he bought a new one? had, ਜਦੋਂ ਸਵਾਲ ਪੁੱਛਣਾ ਹੋਵੇ ਫਿਰ ਜੇ ਪਰਫੈਕਟ ਹੈਗਾ ਤੇ had ਪਹਿਲੇ ਆਏਗਾ। ਠੀਕ ਹੈ, ਸੋ had ਮੋਰੇ ਆ ਕੇ ਫਿਰ ਸਵਾਲ ਬਣ ਜਾਂਦਾ ਹੈ, had he sold his old car? ਕੀ ਉਹ ਆਪਣੀ ਪੁਰਾਣੀ ਕਾਰ ਵੇਚ ਚੁੱਕਾ ਸੀ? ਕਦੋਂ? before he bought a new one, ਨਵੀਂ ਕਾਰ ਖਰੀਦਣ ਤੋਂ ਪਹਿਲਾਂ, ਅਰਥਾਤ ਨਵੀਂ ਕਾਰ ਖਰੀਦਣ ਤੋਂ ਪਹਿਲਾਂ ਕੀ ਉਹ ਆਪਣੀ ਪੁਰਾਣੀ ਕਾਰ ਵੇਚ ਚੁੱਕਾ ਸੀ। ਠੀਕ ਹੈ, ਦੀ ਚਿਲਡਰਨ ਹੈਡ ਸਲੈਪਟ
ਬਿਫੋਰ ਆਈ ਕੇਮ ਹੋਮ, ਮਤਲਬ ਕਿ ਮੈਂ ਮੇਰੇ ਘਰ ਆਉਣ ਤੋਂ ਪਹਿਲਾਂ ਜਵਾਕ ਸੌਂ ਚੁੱਕੇ ਸੀ, ਨਿਆਣੇ ਸੌਂ ਚੁੱਕੇ ਸੀ, ਬੱਚੇ ਸੌਂ ਚੁੱਕੇ ਸੀ। ਸੋ ਚਿਲਡਰਨ ਮੈਨੇ ਨਿਆਣੇ, ਜਵਾਕ, ਬੱਚੇ ਜੋ ਅਸੀਂ ਅਲੱਗ-ਅਲੱਗ ਸੂਬਿਆਂ 'ਚ ਅਲੱਗ-ਅਲੱਗ ਵਰਤਦੇ ਹਾਂ ਭਾਸ਼ਾ। ਸੋ ਦੀ ਚਿਲਡਰਨ ਹੈਡ ਸਲੈਪਟ, ਸੌਂ ਚੁੱਕੇ ਸੀ। ਬਿਫੋਰ ਆਈ ਕੇਮ ਹੋਮ, ਮੇਰੇ ਘਰ ਪਹੁੰਚਣ ਤੋਂ ਪਹਿਲਾਂ। ਬੱਚਿਓ ਇਹ ਬੜੇ ਹੀ ਵਧੀਆ ਸੈਂਟੈਂਸਸ ਤੁਹਾਡੇ ਬਣੇ ਹੋਏ ਨੇ, ਇਹ ਸਾਰਿਆਂ ਦਾ ਅਭਿਆਸ ਜ਼ਰੂਰ ਕਰੋ, ਉੱਚੀ ਉੱਚੀ ਬੋਲੋ, ਇਹ ਤੁਹਾਡੇ ਮੂੰਹ ਚੜ ਜਾਣਗੇ। ਤੇ ਬੱਚਿਓ ਗ੍ਰਾਮਰ ਦੇ ਵਿੱਚ ਵੀ ਹਿਸਾਬ ਦੇ ਵਾਂਗੂ ਪੂਰੇ ਬਟਾ ਪੂਰੇ ਨੰਬਰ ਆ ਜਾਂਦੇ ਨੇ, ਠੀਕ ਹੈ। ਦੀ ਫਿਲਮ ਹੈਡ ਆਲਰੇਡੀ ਬਿਗਨ, ਬਿਗਿਨ, ਬਿਗੇਨ, ਬਿਗਨ, ਇਹ ਸ਼ਬਦ ਹੈਗਾ ਬਿਗਿਨ, ਸ਼ੁਰੂ ਹੋਣਾ, ਸੈਕਿੰਡ ਫਾਰਮ ਆ ਜਾਂਦੀ ਏ ਇੱਥੇ ਆ ਜਾਂਦਾ ਤੇ ਥਰਡ ਫਾਰਮ ਤੇ ਯੂ ਆ ਜਾਂਦਾ। ਦੀ ਫਿਲਮ ਹੈਡ ਆਲਰੇਡੀ ਬਿਗਨ, ਅਰਥਾਤ ਜਿਹੜੀ ਫਿਲਮ ਸੀ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਕਦੋਂ? ਵੈਨ ਵੀ ਰੀਚ ਦੀ ਥੀਏਟਰ, ਜਦੋਂ ਅਸੀਂ ਥੀਏਟਰ ਪਹੁੰਚੇ, ਜਦੋਂ ਅਸੀਂ ਸਿਨੇਮਾ ਹਾਲ 'ਚ ਪਹੁੰਚੇ ਤੇ ਫਿਲਮ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ, ਠੀਕ ਹੈ। ਅੱਗੇ ਚਲੀਏ। ਦੀ ਟੀਚਰ ਹੈਡ ਫਿਨਿਸ਼ਡ ਦਾ ਬੁੱਕ ਬਿਫੋਰ ਦੀ ਐਗਜ਼ਾਮੀਨੇਸ਼ਨ ਬਿਗਿਨ, ਅਰਥਾਤ ਇਮਤਿਹਾਨ ਸ਼ੁਰੂ ਹੋਣ ਤੋਂ ਪਹਿਲੇ ਅਧਿਆਪਕ ਕਿਤਾਬ ਮੁਕਾ ਚੁੱਕਾ ਸੀ ਜਾਂ ਮੁਕਾ ਚੁੱਕੀ ਸੀ, ਅਰਥਾਤ ਸਿਲੇਬਸ ਖਤਮ ਹੋ ਗਿਆ ਸੀ। ਬਿਫੋਰ ਦੀ ਐਗਜ਼ਾਮੀਨੇਸ਼ਨ ਬਿਗਿਨ। ਫਿਰ ਦੀ ਰੋਬਰ ਹੈਡ ਰਨ ਅਵੇ, ਡਾਕੂ ਭੱਜ ਚੁੱਕਾ ਸੀ। ਬਿਫੋਰ ਦੀ ਪੁਲਿਸ ਕੇਮ, ਪੁਲਿਸ ਦੇ ਆਉਣ ਤੋਂ ਪਹਿਲਾਂ, ਬਿਫੋਰ ਦਾ ਪੁਲਿਸ ਕੇਮ, ਇਸ ਤੋਂ ਪਹਿਲੇ ਕਿ ਪੁਲਿਸ ਆਈ ਡਾਕੂ ਭੱਜ ਚੁੱਕਾ ਸੀ, ਠੀਕ ਹੈ। ਟੌਮ ਫੈਲਟ ਸਲੀਪੀ ਆਫਟਰ ਹੈਵਿੰਗ ਅ ਗੁੱਡ ਲੰਚ, ਹੁਣ ਦੇਖੋ ਆਫਟਰ ਹੈ ਨਾ, ਹੈਵਿੰਗ ਅ ਗੁੱਡ ਲੰਚ, ਹੁਣ ਇੱਥੇ ਮਤਲਬ ਕਿ ਹੈਵਿੰਗ ਮੈਨੇ ਟੇਕਿੰਗ ਔਰ ਈਟਿੰਗ, ਅ ਗੁੱਡ ਲੰਚ ਚੰਗਾ ਵਾਵਾ ਭਾਰਾ, ਮਤਲਬ ਰਜਮਾ ਦੁਪਹਿਰ ਦਾ ਭੋਜਨ ਖਾਣ ਤੋਂ ਬਾਅਦ ਟੌਮ ਫੈਲਟ ਸਲੀਪੀ, ਟੌਮ ਫੈਲਟ ਸਲੀਪੀ ਮੈਨੇ ਟੌਮ ਨੂੰ ਘੂਕੀ ਚੜ ਗਈ, ਟੌਮ ਫੈਲਟ ਸਲੀਪੀ, ਟੌਮ ਨੂੰ ਨੀਂਦਰ ਆਵੇ, ਉਹਦੀਆਂ ਅੱਖਾਂ ਬੰਦ ਹੋਈ ਜਾਣ, ਉਹਨੂੰ ਘੂਕੀ ਚੜ ਗਈ। ਆਫਟਰ ਹੈਵਿੰਗ ਅ ਗੁੱਡ ਲੰਚ, ਚੰਗਾ ਵਾਵਾ ਭੋਜਨ ਦੁਪਹਿਰ ਦਾ ਛਕਣ ਤੋਂ ਬਾਅਦ। ਆਈ ਹੈਡ ਰਿਸੀਵਡ ਦੀ ਮੈਸੇਜ, ਮੈਨੂੰ ਸੁਨੇਹਾ ਮਿਲ ਚੁੱਕਾ ਸੀ, ਮੈਂ ਸੁਨੇਹਾ ਪ੍ਰਾਪਤ ਕਰ ਚੁੱਕਾ ਸੀ। ਬਿਫੋਰ ਯੂ ਕੇਮ, ਤੇਰੇ ਆਉਣ ਤੋਂ ਪਹਿਲਾਂ, ਇਸ ਤੋਂ ਪਹਿਲੇ ਮਤਲਬ ਤੇਰੇ ਆਉਣ ਤੋਂ ਪਹਿਲਾਂ ਮੈਨੂੰ ਸੁਨੇਹਾ ਮਿਲ ਚੁੱਕਾ ਸੀ। ਹੀ ਪਲੇਡ ਫॉर ਇੰਡੀਆ, ਉਹ ਇੰਡੀਆ ਵਾਸਤੇ ਖੇਡਿਆ, ਕਦੋਂ? ਲਾਸਟ ਈਅਰ। ਸੋ ਸਿੰਪਲ ਪਾਸਟ, ਬੀਤੇ ਦੀ ਗੱਲ ਹੈ। ਸੋ ਇੱਥੇ ਅਸੀਂ ਇਹ ਨਹੀਂ ਕਵਾਂਗੇ ਹੀ ਹੈਡ ਪਲੇਡ, ਨਹੀਂ, ਜਿੱਥੇ ਹੀ ਹੈਡ ਪਲੇਡ ਆਏ ਉੱਥੇ ਫਿਰ ਦਾ ਲਾਸਟ ਈਅਰ, ਯੈਸਟਰਡੇ, ਇਹ ਸਭ ਨਹੀਂ ਆਉਂਦਾ ਹੁੰਦਾ, ਠੀਕ ਹੈ ਨਾ। ਹੀ ਪਲੇਡ ਫॉर ਇੰਡੀਆ ਲਾਸਟ ਈਅਰ, ਅਰਥਾਤ ਪਿਛਲੇ ਸਾਲ ਉਹ ਇੰਡੀਆ ਵਾਸਤੇ ਖੇਡਿਆ। ਅਸੀਂ ਇਹ ਨਹੀਂ ਕਵਾਂਗੇ ਉਹ ਪਿਛਲੇ ਸਾਲ ਇੰਡੀਆ ਵਾਸਤੇ ਖੇਡ ਚੁੱਕਾ ਸੀ, ਇੱਦਾਂ ਨਹੀਂ ਕਹਿ ਸਕਦੇ, ਉਹ ਗੱਲ ਨਹੀਂ ਕੋਈ ਬਣਦੀ। ਹੀ ਪਲੇਡ ਫॉर ਇੰਡੀਆ ਲਾਸਟ ਈਅਰ, ਅਰਥਾਤ ਪਿਛਲੇ ਵਰੇ, ਲੰਘੇ ਸਾਲ ਉਹ ਇੰਡੀਆ ਵਾਸਤੇ ਖੇਡਿਆ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀਆਂ ਐਕਸਰਸਾਈਜ਼ਸ 3, 4 ਐਂਡ 5। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਉਤਸ਼ਾਹ ਨਾਲ ਆਪਣੀ ਪੜ੍ਹਾਈ ਕਰੀ ਚਲੋ ਤੇ ਅਗਲੀ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।